ਤੋ ਹੈਲੋ ਗਾਇਸ, ਕੀ ਹਾਲ ਹੈ ਤੁਹਾਡੇ ਸਾਰਿਆਂ ਦਾ। ਮੇਰੇ ਵੱਲੋਂ ਸਭ ਨੂੰ ਸਤਿ ਸ੍ਰੀ ਅਕਾਲ। ਅਤੇ ਜਿਵੇਂ ਕਿ ਆਪਾਂ ਸਭ ਨੂੰ ਪਤਾ ਹੈ ਕਿ ਪੀਟੀ ਰੀਡਿੰਗ ਦੇ ਵਿੱਚ ਅੱਜ ਦੇ ਟਾਈਮ 'ਤੇ ਜਿਹੜੇ ਵੀ ਸਟੂਡੈਂਟਸ ਪੀਟੀ ਕਰ ਰਹੇ ਨੇ ਉਹ ਸਾਰੇ ਹੀ ਪੀਟੀ ਦੇ ਵਿੱਚ ਸਟਰਗਲ ਕਰ ਰਹੇ ਆ ਰੀਡਿੰਗ ਮੋਡਿਊਲ ਦੇ ਵਿੱਚ ਖਾਸ ਕਰਕੇ। ਤਾਂ ਅੱਜ ਆਪਾਂ ਇੱਕ ਤੁਹਾਡੇ ਵਾਸਤੇ ਸੈਸ਼ਨ ਲੈ ਕੇ ਆਏ ਕਿ ਜਿਹੜਾ ਕਿ ਪੂਰਾ ਹੀ ਪੰਜਾਬੀ ਦੇ ਵਿੱਚ ਹੋਣ ਵਾਲਾ ਹੈ। ਅਤੇ ਅੱਜ ਆਪਾਂ ਸਭ ਤੋਂ ਪਹਿਲਾਂ ਡਿਸਕਸ ਕਰਾਂਗੇ ਰੀਆਰਡਰਸ, ਫਿਰ ਆਪਾਂ ਬਲੈਂਕਸ, ਰੀਡਿੰਗ ਬਲੈਂਕਸ ਜਿਹੜੇ ਨੇ ਉਹਨਾਂ ਨੂੰ ਡਿਸਕਸ ਕਰਾਂਗੇ। ਤਾਂ ਜਿਹੜਾ ਆਪਣੇ ਕੋਲ ਫਸਟ ਹੈ ਉਹ ਰੀਆਰਡਰ ਹੈ, ਤਾਂ ਉਹਨੂੰ ਆਪਾਂ ਪਹਿਲਾਂ ਤਾਂ ਪੜ੍ਹਾਂਗੇ। ਤਾਂ ਉਹਦੇ ਵਿੱਚ ਪਹਿਲਾਂ ਆਪਾਂ ਦੇਖਾਂਗੇ ਕਿ ਆਪਣੀ ਇੰਡੀਪੈਂਡੈਂਟ ਸਟੇਟਮੈਂਟ ਕਿਹੜੀ ਬਣਦੀ ਹੈ। ਜਿਹੜੇ ਵੀ ਮਤਲਬ ਕਿਸੇ ਪਰਟੀਕੂਲਰ ਨਾਊਨ ਤੋਂ ਸਟਾਰਟ ਹੋ ਰਿਹਾ ਜਾਂ ਕਿਸੇ ਵੀ ਚੀਜ਼ ਤੋਂ ਸਟਾਰਟ ਹੋ ਰਿਹਾ, ਹਮੇਸ਼ਾ ਉਹੀ ਆਪਣੀ ਜਿਹੜੀ ਕਿਸੇ ਕਨੈਕਟਰ ਤੋਂ ਯੂਜ਼ ਹੋ ਰਿਹਾ, ਜਿਵੇਂ ਲਾਈਕ ਇਹਦੇ ਵਿੱਚ ਬੀ ਦੇ ਵਿੱਚ ਹੈ ਇਨ ਐਡੀਸ਼ਨ ਟੂ, ਲਾਈਕ ਅਨਟਿਲ ਨਾਓ ਤੋਂ। ਤਾਂ ਇਹ ਤਾਂ ਸਿੱਧਾ ਹੀ ਹੈ, ਮਤਲਬ ਕਿ ਆਪਣੇ ਇਹ ਇੰਡੀਪੈਂਡੈਂਟ ਸਟੇਟਮੈਂਟ ਨਹੀਂ ਹੋ ਸਕਦੀਆਂ। ਇੰਡੀਪੈਂਡੈਂਟ ਸਟੇਟਮੈਂਟ ਉਹ ਹੋਏਗੀ ਜਿਹੜੀ ਪਰਟੀਕੂਲਰਲੀ ਇੰਡੀਵਿਜੂਅਲੀ ਆਪਦੇ ਬਾਰੇ ਕੁਛ ਨਾ ਕੁਛ ਦੱਸ ਰਹੀ ਹੈ। ਤਾਂ ਸਭ ਤੋਂ ਪਹਿਲਾਂ ਜਿਵੇਂ ਆਪਾਂ ਸੀ ਆਪਸ਼ਨ ਵਾਲੀ ਚੱਲੀ, ਤਾਂ ਉੱਥੇ ਉਹਨੇ ਸਭ ਤੋਂ ਜਿਹੜੀ ਫਸਟ ਆਪਸ਼ਨ ਹੈ ਉਹਦੇ ਵਿੱਚ ਦਾ ਫਸਟ ਫਾਊਂਡਰ ਆਫ ਦੀ ਗ੍ਰੈਂਟਾ, ਮਤਲਬ ਉਹਨੇ ਹਜੇ ਤੱਕ ਦੱਸਿਆ ਨਹੀਂ ਕਿ ਗ੍ਰੈਂਟਾ ਕੀ ਸੀ ਜਾਂ ਕੀ ਨਹੀਂ ਸੀ। ਤਾਂ ਫਸਟ ਫਾਊਂਡਰ ਉਦੋਂ ਹੀ ਗੱਲ ਕਰੇਗਾ ਜੇ ਉਹਦੇ ਬਾਰੇ ਉਹ ਪਹਿਲਾਂ ਦੱਸ ਚੁੱਕਿਆ ਆਲਰੇਡੀ। ਤਾਂ ਸੀ ਦੇ ਵਿੱਚ ਗੱਲ ਹੋਈ ਜਾਂਦੀ ਹੈ ਜਿੱਦਾਂ ਕਿ ਗ੍ਰੈਂਟਾ ਇਜ਼ ਲਿਟਰਲੀ ਮੈਗਜ਼ੀਨ ਬੇਸਡ ਇਨ ਦਾ ਯੂਨਾਈਟਿਡ ਕਿੰਗਡਮ। ਇਹਦੇ ਵਿੱਚ ਉਹਨੇ ਉਹਦੀ ਇੰਡੀਪੈਂਡੈਂਸੀ ਦੱਸੀ ਹੈ ਕਿ ਹਾਂ ਇੱਕ ਇਹ ਚੀਜ਼ ਹੈ ਜਿਹੜੀ ਲਿਟਰੇਲੀ ਮੈਗਜ਼ੀਨ ਬੇਸਡ ਹੈ, ਜਿਹੜੀ ਕਿ ਇਨ ਦਾ ਯੂਨਾਈਟਿਡ ਸਟੇਟ 'ਚ ਜਿਹੜੇ ਕਿ ਇਹਦਾ ਹੋਇਆ ਸੀਗਾ। ਅਤੇ ਜਿਹੜਾ ਫਸਟ ਫਾਊਂਡਰ ਆਫ ਦੀ ਗ੍ਰੈਂਟਾ ਵਰ ਕੈਂਬਰਿਜ ਯੂਨੀਵਰਸਿਟੀ ਸਟੂਡੈਂਟਸ ਇਨ 1899, ਜਿਹੜਾ ਕਿ ਇਹਦਾ ਫਸਟ ਫਾਊਂਡਰ ਸੀਗਾ ਗ੍ਰੈਂਟਾ ਦਾ। ਉਹ ਮਤਲਬ ਆਫਟਰ ਦੈਟ ਇਹਦੇ ਬਾਅਦ ਦੱਸੇਗਾ। ਸਭ ਤੋਂ ਪਹਿਲਾਂ ਉਹਨੇ ਆਪਾਂ ਨੂੰ ਇਹ ਦੱਸਿਆ ਕਿ ਗ੍ਰੈਂਟਾ ਹੈ ਕੀ, ਫਿਰ ਉਹਨੇ ਉਹਦੇ ਫਸਟ ਫਾਊਂਡਰ ਬਾਰੇ ਉਹਦੀ ਇਨਫੋਰਮੇਸ਼ਨ ਦੇ ਰਿਹਾ ਅਤੇ ਆਫਟਰ ਦੈਟ ਉਹ ਦੱਸ ਰਿਹਾ ਕਿ ਇਨ ਐਡੀਸ਼ਨ ਟੂ ਗ੍ਰੈਂਟਾ ਹੈਜ਼ ਪਬਲਿਸ਼ਡ ਆਥਰ ਹੂ ਹੈਵ ਵੋਨ ਲਿਟਰੇਰੀ ਪ੍ਰਾਈਜ਼ਿਜ਼ ਇਨਕਲੂਡਿੰਗ ਦਾ, ਉਹ ਅੱਗੇ ਪ੍ਰਾਈਜ਼ਿਜ਼ ਮੈਂਸ਼ਨ ਕੀਤੇ ਹੋਏ ਆ ਜਿਹੜੇ ਜਿਹੜੇ ਉਹਨੂੰ ਮਿਲੇ ਆ ਗ੍ਰੈਂਟਾ ਤੋਂ ਬਾਅਦ। ਤਾਂ ਸਭ ਤੋਂ ਪਹਿਲਾਂ ਕੀ ਆਏਗਾ, ਸੀ ਆਪਸ਼ਨ। ਸਭ ਤੋਂ ਪਹਿਲਾਂ ਆਪਣੇ ਕੋਲ ਇਹਦੇ 'ਚ ਆਏਗਾ ਸੀ ਆਪਸ਼ਨ, ਕਿਉਂਕਿ ਸਭ ਤੋਂ ਪਹਿਲਾਂ ਇੰਡੀਵਿਜੂਅਲੀ ਦੱਸੇਗਾ ਨਾ ਕਿ ਉਹ ਚੀਜ਼ ਹੈ ਕੀ ਰਿਐਲਿਟੀ ਦੇ ਵਿੱਚ। ਅਤੇ ਆਫਟਰ ਦੈਟ ਉਹ ਦੱਸ ਰਿਹਾ ਦਾ ਫਸਟ ਫਾਊਂਡਰ ਆਫ ਦੀ ਗ੍ਰੈਂਟਾ ਵਰਕ ਕੈਂਬਰਿਜ ਯੂਨੀਵਰਸਿਟੀ। ਅਤੇ ਆਫਟਰ ਦੈਟ ਉਹ ਗੱਲ ਕਰ ਰਿਹਾ ਕਿ ਜਿਹੜਾ ਗ੍ਰੈਂਟਾ ਜਦੋਂ ਪਬਲਿਸ਼ਡ ਹੋਇਆ, ਜਿਹੜਾ ਉਹਦਾ ਔਥਰ ਸੀਗਾ ਉਹਨੂੰ ਬਹੁਤ ਸਾਰੇ ਪ੍ਰਾਈਜ਼ਿਜ਼ ਦਿੱਤੇ ਗਏ। ਅਤੇ ਆਫਟਰ ਦੈਟ ਜੇ ਆਪਾਂ ਗੱਲ ਕਰੀਏ ਉਹਨੇ ਅਨਟਿਲ ਨਾਓ ਕਿ ਹੁਣ ਤੱਕ ਗ੍ਰੈਂਟਾ ਹੈਜ਼ ਪਬਲਿਸ਼ਡ 27 ਨੋਬਲ ਪ੍ਰਾਈਜ਼ਿਸ ਵਿਨਰ। ਤਾਂ ਇਹਦੇ ਵਿੱਚ ਟੋਟਲੀ ਸਾਰੀ ਕਿਹਦੀ ਗੱਲ ਕਰ ਰਿਹਾ, ਗ੍ਰੈਂਟਾ ਬਾਰੇ ਉਹਨੇ ਦੱਸਿਆ। ਤਾਂ ਸਭ ਤੋਂ ਪਹਿਲਾਂ ਆਪਾਂ ਸਿਚੁਏਸ਼ਨਸ ਨੂੰ ਸਮਝਣਾ ਪਿਆ ਕੀ ਹੈ। ਤਾਂ ਇਹਦਾ ਫਸਟ ਆਏਗਾ ਸੀ ਐਂਡ ਥਰਡ ਇਜ਼ ਬੀ ਐਂਡ ਡੀ। ਤੁਸੀਂ ਚੈੱਕ ਕਰ ਸਕਦੇ ਹੋ ਸਾਰੇ, ਬਸ ਈਜ਼ਲੀ ਜਿੰਨੀ ਦੇਰ ਤੱਕ ਤੁਸੀਂ ਚੀਜ਼ਾਂ ਨੂੰ ਅੰਡਰਸਟੈਂਡ ਕਰੋਗੇ ਬਸ ਉਵੇਂ ਹੀ ਉਹ ਰਹਿਣਗੀਆਂ। ਐਂਡ ਸੈਕਿੰਡ ਥਿੰਗ ਆਪਣੇ ਗੱਲ ਕਰੀਏ ਅੱਗੇ ਆਪਣੇ ਕੋਲ ਹੈ ਰੀਡਿੰਗ ਬਲੈਂਕਸ। ਤਾਂ ਸਭ ਤੋਂ ਪਹਿਲਾਂ ਦੇਖੋ, ਸਭ ਤੋਂ ਈਜ਼ੀਐਸਟ ਕੀ ਹੈ ਰੀਡਿੰਗ ਨੂੰ ਸੋਲਵ ਕਰਨ ਦਾ ਵੇ। ਸਭ ਤੋਂ ਪਹਿਲਾਂ ਹਮੇਸ਼ਾ ਹੀ ਤੁਸੀਂ ਆਪਸ਼ਨਸ ਨੂੰ ਰੀਡ ਕਰਨਾ। ਸਭ ਤੋਂ ਪਹਿਲਾਂ ਆਪਾਂ ਆਪਸ਼ਨਸ ਨੂੰ ਰੀਡ ਕਰਾਂਗੇ ਸਲੋ। ਆਪਾਂ ਨੂੰ ਸਲੋ ਦਾ ਨੋਰਮਲੀ ਮੀਨਿੰਗ ਪਤਾ ਹੈ। ਉਸ ਤੋਂ ਬਾਅਦ ਉਹਨੇ ਗੱਲ ਕੀਤੀ ਹੈ ਇਨਵੈਂਸ਼ਨਸ ਆਪਾਂ ਨੂੰ ਪਤਾ ਜਿਹੜੀਆਂ ਆਪਣੇ ਤੋਂ ਪਹਿਲਾਂ ਮਤਲਬ ਕਿਸੇ ਵੀ ਚੀਜ਼ ਦਾ ਫਾਊਂਡ ਆਪਾਂ ਕਰਦੇ ਹਾਂ ਹੈ ਨਾ, ਕੋਈ ਵੀ ਚੀਜ਼ ਕਿਸੇ ਨੇ ਬਣਾਈ ਤਾਂ ਉਹਨੂੰ ਕੀ ਕਹਿੰਦੇ ਨੇ, ਇਨਵੈਂਸ਼ਨ। ਮੇਅਰਲੀ ਨਹੀਂ ਪਤਾ ਜਾਣ ਦੋ, ਬਟ ਆਪਾਂ ਨੂੰ ਇਹ ਤਾਂ ਪਤਾ ਨਾ ਕਿ ਕਿਸੇ ਵੀ ਵਰਡ ਦੇ ਪਿੱਛੇ LY ਲੱਗਿਆ ਹੋਏ ਤਾਂ ਉਹ ਐਡਵਰਬ ਹੁੰਦੀ ਹੈ। ਆਫਟਰ ਦੈਟ ਜੇ ਗੱਲ ਕਰੀਏ ਕੁਇਕਲੀ, ਮਤਲਬ ਜਲਦੀ ਕੁਛ ਨਾ ਕੁਛ, ਅਤੇ LY ਲੱਗਿਆ ਇਹ ਵੀ ਇੱਕ ਐਡਵਰਬ ਹੈ। ਨਿਊਅਰ ਮਤਲਬ ਕੋਈ ਨਵੀਂ ਚੀਜ਼ ਹੈ। ਇਹ ਅੱਕਰ ਮੀਨਿੰਗ ਨਹੀਂ ਪਤਾ, ਛੱਡ ਦਿਓ, ਜੇ ਪਤਾ ਹੈ ਤਾਂ ਬਹੁਤ ਵਧੀਆ। ਹੈਪਨਸ ਜਿਹੜੀ ਕਿ ਮਤਲਬ ਚੀਜ਼ ਹੋ ਰਹੀ ਹੈ। ਟਰੁੱਥ ਕੀ ਹੁੰਦਾ, ਸੱਚ। ਮੈਂ ਮਤਲਬ ਬਿਲਕੁਲ ਜ਼ੀਰੋ ਤੋਂ ਸਿਖਾ ਰਿਹਾ ਵੀ ਜਿੰਨਾ ਚੀਜ਼ ਵੀ ਛੋਟੇ ਵਰਡਸ ਦੇ ਜੇ ਆਪਾਂ ਨੂੰ ਮਤਲਬ ਨਹੀਂ ਪਤਾ ਫਿਰ ਵੀ ਆਪਾਂ ਪੀਟੀ ਰੀਡਿੰਗ ਨੂੰ ਕਿਵੇਂ ਸੋਲਵ ਕਰ ਸਕਦੇ ਹਾਂ। ਹੁਣ ਆਪਾਂ ਸਭ ਤੋਂ ਪਹਿਲਾਂ ਕਰਨਾ ਇੱਕ ਪੈਰੇ ਦਾ ਓਵਰਵਿਊ ਲੈਣਾ ਕਿ ਪੈਰੇ ਦੇ ਵਿੱਚ ਗੱਲ ਕਿਸ ਚੀਜ਼ ਦੀ ਹੋ ਰਹੀ ਹੈ। ਠੀਕ ਹੈ, ਚਲੋ ਆਪਾਂ ਸਟਾਰਟ ਕਰਦੇ ਹਾਂ। ਫਸਟ ਬਲੈਂਕਸ ਨੂੰ ਆਪਾਂ ਸੋਲਵ ਕਿੱਦਾਂ ਕਰਨਾ, ਸਭ ਤੋਂ ਪਹਿਲਾਂ ਕੀ ਕਰਨਾ, ਆਪਸ਼ਨਸ ਪੜ੍ਹ ਕੇ ਉਸ ਤੋਂ ਬਾਅਦ ਆਪਾਂ ਲੈਫਟ ਸਾਈਡ ਰਾਈਟ ਸਾਈਡ ਬਲੈਂਕਸ ਦੀ ਸਿਰਫ ਸਿਚੁਏਸ਼ਨ ਚੈੱਕ ਕਰਨੀ ਕਿ ਸਿਚੁਏਸ਼ਨ ਕੀ ਹੈ। ਵੈਨ ਐਵਰ ਐਨੀਥਿੰਗ ਡੈਸ਼ ਇਨ ਦਾ ਵਰਲਡ, ਉਹਨਾਂ ਨੇ ਕੀ ਗੱਲ ਕਹੀ ਹੈ, ਜਦੋਂ ਕਦੇ ਵੀ ਕੁਛ ਵੀ ਵਰਲਡ ਦੇ ਵਿੱਚ ਕੀ, ਇਹ ਦੁਨੀਆ ਦੇ ਵਿੱਚ ਕੀ ਹੁੰਦਾ ਦੀ ਆਪਣੇ ਕੋਲ ਇੱਕ ਥੱਲੇ ਵਰਡ ਪਿਆ ਉਹਦੇ ਨਾਲ ਰਿਲੇਟਿਡ, ਉਹ ਕੀ ਪਿਆ, ਹੈਪਨਸ। ਤਾਂ ਇਹਦੇ ਆਨਸਰ ਸਿੱਧਾ ਹੀ ਪਿਆ। ਤਾਂ ਫਸਟ ਦਾ ਆਨਸਰ ਕੀ ਆਏਗਾ, ਹੈਪਨਸ। ਠੀਕ ਹੈ, ਜੇ ਆਫਟਰ ਦੈਟ ਆਪਾਂ ਗੱਲ ਕਰੀਏ ਤਾਂ ਉਹਦੇ ਵਿੱਚ ਉਹਨੇ ਅੱਗੇ ਕੀ ਗੱਲ ਕੀਤੀ, ਹੁਣ ਰਿਪੋਰਟਰਸ ਆਰ ਔਨ ਦਾ ਸਪੋਟ ਟੂ ਗੈਦਰ ਦਾ ਨਿਊਜ਼। ਜਿਹੜੇ ਸਪੋਰਟ 'ਤੇ ਰਿਪੋਰਟਰਸ ਹੁੰਦੇ ਨੇ, ਨਿਊਜ਼ਪੇਪਰ ਹੈਵ ਵਨ ਬੇਸਿਕ ਪਰਪਸ, ਕਿ ਉਹਨਾਂ ਇੱਕ ਹੀ ਬੇਸਿਕ ਪਰਪਸ ਹੁੰਦਾ, ਟੂ ਗੈਟ ਨਿਊਜ਼ ਐਜ਼ ਡੈਸ਼ ਐਜ਼ ਪੋਸੀਬਲ ਫਰੋਮ ਇਟਸ ਸੋਰਸ। ਹੁਣ ਮੰਨ ਕੇ ਚੱਲੋ ਕੋਈ ਨਿਊਜ਼ ਵਾਲਾ ਬੰਦਾ ਹੈ ਤਾਂ ਉਹਦਾ ਇੱਕ ਹੀ ਮੁੱਦਾ ਹੁੰਦਾ ਹਮੇਸ਼ਾ ਹੀ ਕਿ ਕੋਈ ਵੀ ਖਬਰ ਹੈ ਸਾਨੂੰ ਜਲਦੀ ਮਿਲ ਜੇ, ਇਹੀ ਹੁੰਦਾ।
ਕਿ ਸਭ ਤੋਂ ਪਹਿਲਾਂ ਸਾਡੇ ਕੋਲ ਨਿਊਜ਼ ਪਹੁੰਚੇ ਤਾਂ ਉਹਦੇ ਨਾਲ ਰਿਲੇਟਡ ਕੀਵਰਡ ਪਿਆ। ਸਭ ਤੋਂ ਪਹਿਲਾਂ ਇੱਕ ਚੀਜ਼ ਸਮਝ ਲਓ, ਪੀਟੀ ਰੀਡਿੰਗ ਨੂੰ ਸੋਲਵ ਕਰਨ ਵਾਸਤੇ ਤੁਹਾਨੂੰ ਆਪਦੀ ਕਾਮਨ ਸੈਂਸ, ਆਪਦੇ ਆਈਡੀਆਜ਼ ਜਨਰੇਟ ਕਰਨੇ ਪੈਣਗੇ। ਉਹ ਗੱਲ ਕੀ ਹੁੰਦੀ ਪਈ ਆ ਉਸ ਚੀਜ਼ ਨੂੰ ਸੋਚਣਾ ਪਏਗਾ। ਕਿਸੇ ਵੀ ਕੁਐਸਚਨ ਨੂੰ ਆਪਦੀ ਲਾਈਫ ਨਾਲ ਰਿਲੇਟ ਕਰੋ ਪਹਿਲਾਂ, ਠੀਕ ਹੈ। ਤਾਂ ਜਿਵੇਂ ਕਿ ਉਹਨੇ ਗੱਲ ਕੀਤੀ ਕਿ ਉਹਨਾਂ ਦਾ ਇੱਕ ਹੀ ਬੇਸਿਕ ਪਰਪਸ ਹੁੰਦਾ ਹੈ, ਜਿਹੜਾ ਉਹਨੇ ਕੀ ਦੱਸਿਆ ਹੈ, ਐਜ਼ ਕੁਇਕਲੀ ਐਜ਼ ਪੋਸੀਬਲ ਫਰੋਮ ਇਟਸ ਰਿਸੋਰਸ। ਇਹਦਾ ਆਨਸਰ ਕੀ ਬਣਦਾ ਇੱਥੇ, ਕੁਇਕਲੀ, ਕਿ ਉਹ ਉਹਦੀ ਜਿਹੜੀ ਨਿਊਜ਼ ਹੈ ਉਹਨੂੰ ਸਭ ਤੋਂ ਪਹਿਲਾਂ ਮਿਲਣੀ ਚਾਹੀਦੀ ਹੈ, ਠੀਕ ਹੈ। ਐਂਡ ਆਫਟਰ ਦੈਟ ਜੇ ਆਪਾਂ ਗੱਲ ਕਰੀਏ, ਅੱਗੋਂ ਨੇ ਕੀ ਗੱਲ ਕੀਤੀ, ਹਮੇਸ਼ਾ ਤੁਸੀਂ ਕਹਿੰਦਾ ਬਲੈਂਕਸ ਦੇ ਲੈਫਟ ਸਾਈਡ ਸਿਰਫ ਸਿਚੁਏਸ਼ਨਸ ਚੈੱਕ ਕਰਨੀਆਂ। ਇਹ ਮੇਰੇ ਹਿਸਾਬ ਨਾਲ ਇੱਕ ਬਹੁਤ ਈਜ਼ੀ ਵੇ ਹੈ। ਜਿਹੜੀ ਬਲੈਂਕਸ ਤੁਸੀਂ ਸੋਲਵ ਕਰ ਰਹੇ ਹੋ, ਸਿਰਫ ਉਹੀ ਲਾਈਨ ਨੂੰ ਪੜ੍ਹੋ। ਰੇਡੀਓ, ਟੈਲੀਗ੍ਰਾਫ, ਟੈਲੀਵਿਜ਼ਨ ਐਂਡ ਅਦਰ ਡੈਸ਼ ਬਰੋਡ ਕੰਪੀਟੀਸ਼ਨ ਫੋਰ ਨਿਊਜ਼ਪੇਪਰਸ। ਜਿਹੜੇ ਮਤਲਬ ਆਹ ਸਾਰੀਆਂ ਚੀਜ਼ਾਂ ਨੇ ਐਂਡ ਅਦਰ ਡੈਸ਼। ਹੁਣ ਉਹਨੇ ਪੁੱਛਿਆ ਕਿ ਰੇਡੀਓ ਸੀਗਾ, ਟੈਲੀਗ੍ਰਾਫ ਸੀਗਾ ਐਂਡ ਅਦਰ, ਹੋਰ ਕੀ ਸੀਗੀਆਂ ਚੀਜ਼ਾਂ, ਮੋਬਾਈਲ ਹੋ ਗਿਆ, ਹੋਰ ਬੜੀਆਂ ਚੀਜ਼ਾਂ ਆਈਆਂ ਜਿਨ੍ਹਾਂ ਨੇ ਨਿਊਜ਼ਪੇਪਰ ਦੀ ਵੈਲਿਊ ਨੂੰ ਘਟਾਤਾ। ਤਾਂ ਇਹ ਸਾਰੀਆਂ ਚੀਜ਼ਾਂ ਕੀ ਨੇ, ਉਹ ਇਹੀ ਪੁੱਛ ਰਿਹਾ। ਤਾਂ ਇਹ ਸਾਰੀਆਂ ਕੀ ਨੇ, ਇਹ ਟਰੁੱਥ ਨੇ, ਇਹ ਸੱਚ ਥੋੜ੍ਹੀ, ਉਹ ਚੀਜ਼ਾਂ ਪੁੱਛ ਰਿਹਾ ਕੀ ਨੇ। ਚੀਜ਼ਾਂ ਸੱਚ ਨਹੀਂ ਹੋ ਸਕਦੀਆਂ। ਕੁਇਕਲੀ ਆਲਰੇਡੀ ਲਾ ਚੁੱਕੇ ਹਾਂ, ਹੈਪਨਸ ਆਪਾਂ ਆਲਰੇਡੀ ਲਾ ਚੁੱਕੇ ਹਾਂ, ਅਕਰ ਹੋ ਨਹੀਂ ਸਕਦੀਆਂ। ਨਿਊਅਰ, ਇਹ ਨਿਊਅਰ ਥੋੜ੍ਹੀ ਨੇ, ਤਾਂ ਬਹੁਤ ਟਾਈਮ ਤੋਂ ਉਦੋਂ ਇਨਵੈਂਟ ਹੋ ਗਈਆਂ। ਹੁਣ ਦੇਖ ਲਓ, ਮੈਂ ਕੋਈ ਨਹੀਂ ਦੇਖਿਆ ਹੈ ਨਾ, ਤਾਂ ਉਹ ਨੋਰਮਲੀ ਪਤਾ ਲੱਗ ਰਿਹਾ ਕਿ ਇਹ ਇਨਵੈਂਸ਼ਨਸ ਦੀ ਗੱਲ ਕਰ ਰਿਹਾ। ਤਾਂ ਥਰਡ ਦੇ ਆਪਣਾ ਆਨਸਰ ਕੀ ਬਣਦਾ, ਇਨਵੈਂਸ਼ਨਸ, ਠੀਕ ਹੈ। ਹੁਣ ਆਫਟਰ ਦੈਟ ਜੇ ਆਪਾਂ ਗੱਲ ਕਰੀਏ, ਹਾਊ ਐਵਰ ਦਿਸ ਕੰਪੀਟੀਸ਼ਨ ਡੈਸ਼। ਹੁਣ ਇੱਧਰ ਵੇਖੋ, ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਐਂਡ ਫਾਸਟਰ, ਹੁਣ ਐਂਡ ਦਾ ਆਪਾਂ ਨੂੰ ਪਤਾ ਹੈ, ਸੌਰੀ ਹੁਣ ਇੱਥੇ ਕੀ ਗੱਲ ਕਰਦਾ ਪਿਆ, ਦਿਸ ਕੰਪੀਟੀਸ਼ਨ ਡੈਸ਼ ਸਪੋਰਟਡ ਸੌਰੀ। ਅਤੇ ਹੁਣ ਇੱਥੇ ਵੇਖੋ ਉਹਨੇ ਗੱਲ ਕੀਤੀ ਹੈ ਕਿ ਤੁਹਾਨੂੰ ਇਹ ਪਤਾ ਲੱਗ ਰਿਹਾ ਕਿ ਵਰਬ ਦੀ ਥਰਡ ਫੋਰਮ ਤੋਂ ਪਹਿਲਾਂ ਅਗਰ ਇੱਕ ਬਲੈਂਕਸ ਆ ਜਾਏ ਤਾਂ ਉਹਦਾ ਰੂਲ ਕੀ ਹੈ। ਗ੍ਰਾਮੈਟੀਕਲੀ ਰੂਲਸ ਦੀ ਨੌਲੇਜ ਹੋਣਾ ਬਹੁਤ ਜ਼ਰੂਰੀ ਹੈ। ਅਗਰ ਆਪਣੇ ਇੱਥੇ ਵਰਬ ਦੀ ਥਰਡ ਫੋਰਮ ਤੋਂ ਪਹਿਲਾਂ ਆ ਰਿਹਾ ਤਾਂ ਉੱਥੇ ਮੋਸਟ ਆਫ ਦਾ ਚਾਂਸ ਹੁੰਦਾ ਕਿ ਐਡਵਰਬ ਜਾਏਗੀ। ਹੁਣ ਤਾਂ ਨੀਚੇ ਵੇਖ ਲਓ ਆਪਣੇ ਕੋਲ ਐਡਵਰਬਸ ਕਿੰਨੀਆਂ ਪਈਆਂ, ਤਾਂ ਉੱਥੇ ਕੀ ਹੈ, ਇੱਕ ਕੁਇਕਲੀ ਹੈ, ਇੱਕ ਮੇਅਰਲੀ ਹੈ। ਕੁਇਕਲੀ ਆਪਾਂ ਆਲਰੇਡੀ ਸੈਕਿੰਡ 'ਚ ਲਾ ਚੁੱਕੇ ਹਾਂ, ਤਾਂ ਆਪਣੇ ਕੋਲ ਇੱਕ ਹੀ ਬਚਦੀ ਹੈ, ਮੇਅਰਲੀ, ਤਾਂ ਉਹੀ ਆਪਣਾ ਆਨਸਰ ਹੈ। ਤਾਂ 4 ਦੇ ਵਿੱਚ ਆਪਣਾ ਆਨਸਰ ਕੀ ਜਾਏਗਾ, ਮੇਅਰਲੀ, ਠੀਕ ਹੈ। ਆਫਟਰ ਦੈਟ ਜੇ ਗੱਲ ਕਰੀਏ ਤਾਂ ਕੁਇਕਲੀ ਮੇਡ ਯੂਜ਼ ਆਫ ਦ ਡੈਸ਼ ਐਂਡ ਫਾਸਟਰ। ਹੁਣ ਇੱਥੇ ਐਂਡ ਆ ਗਿਆ। ਐਂਡ ਦਾ ਪਤਾ ਕਿ ਆਪਾਂ ਸਿਰਫ ਫਾਸਟਰ ਦਾ ਉਹਦਾ ਸਿਮਿਲਰ ਵਰਡ ਦੇਖਣਾ। ਹੁਣ ਫਾਸਟਰ ਦਾ ਸਿਮਿਲਰ ਵਰਡ ਕੀ ਹੈ, ਸਲੋ। ਸਲੋ ਤਾਂ ਉਹਦਾ ਓਪੋਜ਼ਿਟ ਹੋ ਗਿਆ। ਬਹੁਤ ਸਾਰੇ ਬੱਚਿਆਂ ਨੇ ਸਲੋ ਲਾਤਾ ਹੋਣਾ। ਅੱਛਾ, ਸਲੋ ਨਹੀਂ ਲਗਾਉਣਾ, ਉਸ ਤੋਂ ਪਹਿਲਾਂ ਆਪਾਂ ਕੀ ਲਾਣਾ, ਨਿਊਅਰ। ਨਿਊਅਰ ਆਏਗਾ। ਨਿਊਅਰ ਐਂਡ ਫਾਸਟਰ ਮੀਨਸ ਆਫ ਕਮਿਊਨੀਕੇਸ਼ਨ ਟੂ ਇੰਪਰੂਵ ਦ ਸਪੀਡ। ਜਦੋਂ ਕੋਈ ਚੀਜ਼ ਨਵੀਂ ਅਤੇ ਤੇਜ਼ ਹੋਏਗੀ ਤਾਂ ਹੀ ਉਹ ਆਪਣੇ ਕਮਿਊਨੀਕੇਸ਼ਨਸ ਨੂੰ ਸਪੀਡ ਨੂੰ ਬੂਸਟਅਪ ਕਰੇਗੀ। ਸਪੀਡ ਦੀ ਗੱਲ ਹੋ ਜਾਂਦੀ ਹੈ, ਠੀਕ ਹੈ। ਤਾਂ ਨੈਕਸਟ ਕੁਐਸਚਨ 'ਤੇ ਚੱਲਦੇ ਹਾਂ। ਹੁਣ ਇਹਦੇ ਵਿੱਚ ਸਭ ਕੀ ਵੇਖਣਾ, ਸਭ ਤੋਂ ਪਹਿਲਾਂ ਆਪਸ਼ਨਸ ਜਿੰਨੀਆਂ ਦੇ ਮੀਨਿੰਗ ਪਤਾ ਠੀਕ ਹੈ, ਨਹੀਂ ਪਤਾ ਦੈਟਸ ਇਟ, ਜਾਣ ਦਿਓ। ਸਮੋਲ ਛੋਟਾ, ਸੈਂਸ ਕਿਸੇ ਚੀਜ਼ ਨੂੰ ਸੋਚਣ ਦੀ, ਜਾਂ ਆਪਾਂ ਨੂੰ ਕਿਸੇ ਕਾਮਨ ਸੈਂਸ ਦੀ ਗੱਲ ਕਰੀਏ। ਓਵਰਲੁੱਕ ਛੱਡ ਦਿਓ, ਜੈਂਟ ਛੱਡ ਦਿਓ, ਗੁੱਡ ਪਤਾ ਹੈ, ਸੇਫਟੀ ਹਾਂ ਪਤਾ ਹੈ ਵੀ ਆਪਣੀ ਆਪਦੀ ਸੇਫਟੀ। ਕੰਜ਼ਿਊਮਡ ਕਿਸੇ ਚੀਜ਼ ਨੂੰ ਖਾਣਾ। ਥ੍ਰੈਟਸ, ਥ੍ਰੈਟਸ ਹੁੰਦੇ ਨੇ ਕੋਈ ਦੁਵਿਧਾਵਾਂ ਟਾਈਪ ਜਾਂ ਦੁੱਖ ਕਾਈਂਡ ਆਫ। ਹੁਣ ਉਹਨੇ ਗੱਲ ਵੇਖੋ ਕੀਤੀ, ਮੈਕਸੀਕੋ ਇਜ਼ ਏ ਇਨਸੈਕਟ ਈਟਿੰਗ। ਹੁਣ ਜਿਹੜੇ ਮੈਕਸੀਕੋ ਕੰਟਰੀ ਹੋਣੇ, ਯਾਰ ਆਪਾਂ ਪੰਜਾਬੀ ਤਾਂ ਵੈਸੇ ਹੀ ਬਹੁਤ ਫੇਮਸ ਆ ਮੈਕਸੀਕੋ ਵਾਸਤੇ, ਤਾਂ ਉਵੇਂ ਸੇਮ ਚੀਜ਼ ਉਹਨੇ ਗੱਲ ਕੀਤੀ ਹੈ। ਮੈਕਸੀਕੋ ਜਿਹੜੀ ਹੈ ਕੋਈ ਇਨਸੈਕਟ ਈਟਿੰਗ ਕੰਟਰੀ ਹੈ। ਅਤੇ ਉਸ ਤੋਂ ਅੱਗੇ ਉਹਨੇ ਗੱਲ ਕੀ ਕੀਤੀ ਹੈ, ਵਰ ਮੋਰ ਦੈਨ 200 ਇਨਸੈਕਟ ਸਪੀਸ਼ੀਜ਼ ਆਰ ਡੈਸ਼। ਜੇ ਉੱਥੇ ਕੀ ਜਿਹੜੇ 200 ਤੋਂ ਵੱਧ ਇਨਸੈਕਟ ਨੇ ਉਹ ਕੀ ਕੀਤੇ ਜਾਂਦੇ ਨੇ। ਹੁਣ ਯਾਰ ਇਨਸੈਕਟ ਈਟਿੰਗ ਹੈ, ਉਹ ਖੁਦ ਹੀ ਦੱਸ ਰਿਹਾ, ਤਾਂ 200 ਤੋਂ ਜ਼ਿਆਦਾ ਇਨਸੈਕਟ ਕੀ ਕੀਤੇ ਜਾਣਗੇ। ਉਹ ਤਾਂ ਨੋਰਮਲੀ ਗੱਲ ਹੈ, ਖਾਧੇ ਜਾਣਗੇ। ਤਾਂ ਹੁਣ ਖਾਣ ਨੂੰ, ਖਾਣਾ ਹੋਰ ਕੀ ਹੁੰਦਾ, ਕੰਜ਼ਿਊਮ ਕਰਨਾ, ਤਾਂ ਉੱਥੇ ਕੰਜ਼ਿਊਮਡ ਸਿੱਧਾ ਹੀ ਪਿਆ। ਆਰ ਤੋਂ ਬਾਅਦ ਵੈਸੇ ਹੀ ਵਰਬ ਦੀ ਥਰਡ ਫੋਰਮ ਆਉਂਦੀ ਹੈ। ਇਸ ਤੋਂ ਜ਼ਿਆਦਾ ਕਲੈਰਿਟੀ ਤਾਂ ਮਿਲ ਹੀ ਨਹੀਂ ਸਕਦੀ, ਆਪਾਂ ਸਹੀ ਲਾਇਆ ਗਲਤ ਲਾਇਆ। ਨੈਕਸਟ 'ਤੇ ਚਲੋ, ਡਿਮਾਂਡ ਇਜ਼ ਸੋ ਹਾਈ ਦੈਟ 40 ਸਪੀਸ਼ੀਜ਼ ਆਰ ਨਾਓ ਅੰਡਰ ਡੈਸ਼। ਹੁਣ ਮੰਨ ਕੇ ਚੱਲੋ ਇੱਥੇ ਆਪਣੇ ਕਿਸੇ ਵੀ ਚੀਜ਼ ਨੂੰ ਖਾਂਦੇ ਹਾਂ, ਹੈ ਨਾ। ਹੁਣ ਮੰਨ ਕੇ ਚੱਲੋ ਵੀ ਇੱਥੇ ਨੋਨ ਵੈਜ ਖਾਂਦੇ ਸਾਰੇ। ਚਲੋ ਹੋਰ ਕੋਈ ਐਗਜ਼ਾਮਪਲ 'ਤੇ ਚੱਲਦੇ ਹਾਂ। ਡਿਮਾਂਡ ਇਜ਼ ਸੋ ਹਾਈ, ਜਦੋਂ ਕਿਸੇ ਚੀਜ਼ ਦੀ ਡਿਮਾਂਡ ਵੱਧ ਜਾਏਗੀ। ਹੁਣ ਕਿਸੇ ਵੀ ਚੀਜ਼ ਦੀ ਡਿਮਾਂਡ ਵੱਧਦੀ ਹੈ, ਤਾਂ ਹੁਣ ਜਿਸ ਚੀਜ਼ ਦੀ ਡਿਮਾਂਡ ਵਧੇਗੀ ਉਹ ਤਾਂ ਘਟੇਗੀ। ਉਹਨੇ ਵੀ ਇਹੀ ਗੱਲ ਕਹੀ ਹੈ, ਜਦੋਂ ਦੀ ਇਨਸੈਕਟਸ ਜਿਹੜੇ ਮੇਨ ਇਨਸੈਕਟਸ 40 ਤਰ੍ਹਾਂ ਦੇ ਇਨਸੈਕਟਸ ਨੇ ਉਹ ਖਾਂਦੇ ਨੇ, ਸਪੀਸ਼ੀਜ਼ ਜਿਹੜੇ ਉਹ ਖਾਂਦੇ ਨੇ,
ਉਹ ਅੰਡਰ ਕੀ ਨੇ, ਉਹ ਥ੍ਰੈਟਸ ਨੇ। ਹੁਣ ਨੋਰਮਲ ਕਿ ਡਿਮਾਂਡ ਵਧੇਗੀ ਤਾਂ ਪ੍ਰੋਡਕਟਸ ਤਾਂ ਘਟਣਗੇ ਹੀ, ਉਹੀ ਚੀਜ਼ ਇਹਨੇ ਫੋਲੋ ਕੀਤੀ ਹੋਈ ਹੈ। ਅੱਗੇ ਉਹਨੇ ਕਿ ਈਟਿੰਗ ਇਨਸੈਕਟਸ ਮੇਕਸ ਨਿਊਟ੍ਰੀਸ਼ਨਲ ਸੈਂਸ। ਨੈਕਸਟ ਚਲੋ, ਇਨਸੈਕਟਸ ਕੈਨ ਬੀ ਡੈਸ਼ ਸੋਰਸ ਆਫ ਵਿਟਾਮਿਨਸ ਐਂਡ ਮਿਨਰਲਸ ਟੂ। ਜਿਹੜੇ ਇਨਸੈਕਟਸ ਜਿਹੜਾ ਆਪਾਂ ਨੂੰ ਉਹ ਮਿਲਦਾ ਹੈ, ਇਨਸੈਕਟਸ ਤੋਂ ਆਪਾਂ ਨੂੰ ਕੀ ਮਿਲਦਾ, ਅੱਗੇ ਲੱਗਿਆ ਤਾਂ ਨੋਰਮਲ ਗੱਲ ਹੈ, ਉੱਥੇ ਸਿੰਗੂਲਰ ਆਏਗਾ। ਉਹ ਕੀ ਨੇ, ਅ ਗੁੱਡ ਸੋਰਸ ਆਫ ਵਿਟਾਮਿਨ ਨੇ, ਜਿੱਥੋਂ ਆਪਾਂ ਨੂੰ ਵਿਟਾਮਿਨ ਅਤੇ ਮਿਨਰਲਸ ਮਿਲਦੇ ਨੇ ਇਨਸੈਕਟਸ ਆਪਣੇ ਵਾਸਤੇ। ਵੇਅਰ ਐਜ਼ ਡੈਸ਼ ਵਾਟਰ ਬਗਸ, ਜੈਂਟ ਮਤਲਬ ਵੱਡੇ ਵਾਟਰ ਬਗਸ, ਟੇਸਟ ਆਫ ਮਿੰਟ ਐਂਡ ਫਾਇਰ ਐਂਡ ਪਪੇ ਆਫ ਵਾਟਰਮੈਲਨ। ਦੈਟਸ ਇਟ। ਸੋ ਬਹੁਤ ਈਜ਼ੀ ਹੈ, ਤੁਸੀਂ ਇੱਦਾਂ ਹੀ ਨਾਲ ਬਣੇ ਰਹੋ। ਆਪਾਂ ਰੋਜ਼ ਹੀ ਇੱਦਾਂ ਹੀ 2 ਤੋਂ 4 ਕੁਐਸਚਨ ਡਿਸਕਸ ਕਰਿਆ ਕਰਾਂਗੇ। ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਲਾਈਕ, ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ।